ਵੀਡੀਓ ਦੇਖ ਰਹੇ ਸਾਰੇ ਸਟੂਡੈਂਟਸ ਨੂੰ ਮੇਰੇ ਵੱਲੋਂ ਜਾਨੀ ਕਿ ਰਾਜਿੰਦਰ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ। ਇਹ ਵੀਡੀਓ 10ਵੀਂ ਕਲਾਸ ਦੇ ਬੱਚਿਆਂ ਵਾਸਤੇ ਹੈ ਤੇ ਜਿਵੇਂ ਲਾਸਟ ਵੀਡੀਓ ਦੇ ਵਿੱਚ ਆਪਾਂ ਦੋ ਚਲਾਂ ਵਾਲੇ ਰੇਖੀ ਸਮੀਕਰਨਾਂ ਦੇ ਜੋੜੇ ਨੂੰ ਹੱਲ ਕਰਨ ਦੀ ਪ੍ਰਤੀਸਥਾਪਨ ਵਿਧੀ ਜਿਹੜੀ ਉਹ ਸਿੱਖੀ ਸੀ। तो इस वीडियो ਵਿੱਚ ਅਸੀਂ ਵਿਲੋਪਨ ਵਿਧੀ ਐਲੀਮੀਨੇਸ਼ਨ ਮੈਥਡ ਜਿਹੜਾ ਸਾਡੇ ਕੋਲ ਹੈਗਾ ਦੋ ਚਲਾਂ ਵਾਲੇ ਰੇਖੀ ਸਮੀਕਰਨਾਂ ਦੇ ਜੋੜੇ ਨੂੰ ਹੱਲ ਕਰਨ ਦਾ ਉਹ ਅਸੀਂ ਦੇਖਾਂਗੇ। ਠੀਕ ਹੈ, ਵਿਲੋਪਨ ਵਿਧੀ ਐਲੀਮੀਨੇਸ਼ਨ ਮੈਥਡ। तो ਇਹਦੇ ਨਾਲ ਆਪਾਂ ਦੇਖਦੇ ਹਾਂ ਫਰਸਟ ਕੁਐਸਚਨ ਜਿਹੜਾ ਉਹ ਕਰਦੇ ਹਾਂ। पहला सवाल साडे कोल है x जमा y बराबर 5। ठीक है, इनू असी इक्वेशन 1 मान लांगे और दूसरा साडे कोल है 2x माइनस 3y 2x माइनस 3y इक्वल्स टू 4। इनू असी समीकरण 2 या इक्वेशन 2 जिहड़ी मान लवांगे। ठीक है, तो विलोपन विधि दे विच असी करना की हुंदा है, ਅਸੀਂ x ਜਾਂ y ਦੋਨਾਂ ਦੇ ਵਿੱਚੋਂ ਇੱਕ ਜਿਹੜਾ ਵੇਰੀਏਬਲ ਹੈ ਇੱਕ ਚੱਲ ਹੈ ਉਹਨੂੰ ਅਸੀਂ ਖਤਮ ਕਰ ਦੇਣਾ ਹੁੰਦਾ ਹੈ। ਐਲੀਮੀਨੇਟ ਦਾ ਮਤਲਬ ਹੁੰਦਾ ਹੈ ਬਾਹਰ ਕੱਢਣਾ। ਠੀਕ ਹੈ, तो ਅਸੀਂ ਇਸ ਢੰਗ ਦੇ ਨਾਲ ਇਹਨਾਂ ਦੋਨਾਂ ਦੇ ਉੱਤੇ ਕੋਈ ਆਪਰੇਸ਼ਨ ਲਗਾਵਾਂਗੇ ਕਿ ਸਾਡੇ ਕੋਲ ਜਾਂ ਤੇ x ਜਿਹੜਾ ਉਹ ਖਤਮ ਹੋ ਜਾਏ ਜਾਂ ਸਾਡੇ ਕੋਲ y ਜਿਹੜਾ ਹੈ ਉਹ ਖਤਮ ਹੋ ਜਾਏ। ਉਸ ਤੋਂ ਬਾਅਦ ਇੱਕ ਜਿਹੜਾ ਚੱਲ ਬਚੇਗਾ ਸਾਡੇ ਕੋਲ ਇੱਕ ਵੇਰੀਏਬਲ ਬਚੇਗਾ ਉਹਦੀ ਅਸੀਂ ਵੈਲਿਊ ਜਿਹੜੀ ਉਹ ਕੈਲਕੂਲੇਟ ਕਰ ਲਵਾਂਗੇ। ਠੀਕ ਹੈ, ਉਹਦੇ ਲਈ ਅਸੀਂ ਕੀ ਕਰਦੇ ਹਾਂ, ਜਿਵੇਂ ਹੁਣ ਸਾਡੇ ਕੋਲ ਕੋਐਫੀਸ਼ੀਐਂਟ ਆਪਾਂ ਦੇਖਦੇ ਗੁਣਾਂਕ ਜਿਹੜੇ x ਦਾ ਗੁਣਾਂਕ ਹੈ ਸਾਡੇ ਕੋਲ ਪਹਿਲੇ ਦੇ ਵਿੱਚ 1 ਹੈ, y ਦਾ ਗੁਣਾਂਕ ਵੀ 1 ਹੈ। ਦੂਸਰੀ ਸਮੀਕਰਨ ਦੇ ਵਿੱਚ ਸਾਡੇ ਕੋਲ x ਦਾ ਗੁਣਾਂਕ 2 ਹੈ, y ਦਾ ਗੁਣਾਂਕ -3 ਹੈ, ਘਟਾਓ ਦੇ 3 ਹੈ। तो ਅਸੀਂ ਕੀ ਕਰਨਾ ਹੈ, ਦੋਨੋਂ ਸਮੀਕਰਨਾਂ ਦੇ ਵਿੱਚ ਆਪਾਂ x ਦਾ ਜਾਂ y ਦਾ ਗੁਣਾਂਕ ਜਿਹੜਾ ਆ ਉਹ ਬਰਾਬਰ ਕਰ ਲੈਣਾ, ਉਹ ਸਮਾਨ ਕਰ ਲੈਣਾ। ਠੀਕ ਹੈ, ਸਮਾਨ ਕਰਨ ਦੇ ਲਈ ਸਾਨੂੰ ਕਿਸੇ ਸਮੀਕਰਨ ਨੂੰ ਕਿਸੇ ਇਕੁਏਸ਼ਨ ਨੂੰ ਕਿਸੇ ਨੰਬਰ ਦੇ ਨਾਲ ਗੁਣਾ ਕਰਨਾ ਪਏ ਜਾਂ ਭਾਗ ਕਰਨਾ ਪਏ ਉਹ ਅਸੀਂ ਕਰ ਸਕਦੇ ਹਾਂ। ਜਿੱਦਾਂ ਹੁਣ ਇਹ ਦੇਖੋ ਸੈਕੰਡ ਜਿਹੜੀ ਇਕੁਏਸ਼ਨ ਹੈ ਸਾਡੇ ਕੋਲ ਦੂਜੀ ਸਮੀਕਰਨ ਹੈ, ਇਹਦੇ ਵਿੱਚ x ਦਾ ਗੁਣਾਂਕ ਹੈ ਸਾਡੇ ਕੋਲ 2, ਪਰ ਪਹਿਲੀ ਸਮੀਕਰਨ ਦੇ ਵਿੱਚ ਫਰਸਟ ਇਕੁਏਸ਼ਨ ਦੇ ਵਿੱਚ ਸਾਡੇ ਕੋਲ x ਦਾ ਜਿਹੜਾ ਕੋਐਫੀਸ਼ੀਐਂਟ ਹੈ ਗੁਣਾਂਕ ਹੈ ਉਹ 1 ਹੈ। तो ਇਹਨੂੰ 1 ਬਣਾਉਣ ਦੇ ਲਈ ਕੀ ਕਰਨਾ ਪਏਗਾ, ਇਹਨੂੰ 2 ਦੇ ਨਾਲ ਗੁਣਾ ਕਰਨਾ ਪਏਗਾ। ਠੀਕ ਹੈ, तो ਜਦੋਂ ਅਸੀਂ 2 ਦੇ ਨਾਲ ਗੁਣਾ ਕਰਾਂਗੇ ਤਾਂ ਸਮੀਕਰਨ ਦੇ ਦੋਨੋਂ ਪਾਸੇ ਹੀ ਆਪਾਂ ਗੁਣਾ ਕਰਾਂਗੇ, ਖੱਬੇ ਪਾਸੇ ਵੀ ਤੇ ਸੱਜੇ ਪਾਸੇ ਵੀ ਆਪਾਂ ਕਰ ਸਕਦੇ ਹਾਂ। ਠੀਕ ਹੈ, ਪੂਰੀ ਸਮੀਕਰਨ ਨੂੰ ਅਸੀਂ ਕਿਸੇ ਵੀ ਨੰਬਰ ਦੇ ਨਾਲ ਮਲਟੀਪਲਾਈ ਕਰ ਸਕਦੇ ਹਾਂ ਜਾਂ ਡਿਵਾਈਡ ਵੀ ਕਰ ਸਕਦੇ ਹਾਂ, ਦੋਨੋਂ ਸਾਈਡ ਹੀ ਕਰਾਂਗੇ ਆਪਾਂ ਜੋ ਵੀ ਕਰਾਂਗੇ। ਠੀਕ ਹੈ, तो ਆਪਾਂ x ਦੇ ਜਿਹੜੇ ਕੋਐਫੀਸ਼ੀਐਂਟ x ਦੇ ਗੁਣਾਂਕ ਹੈ ਉਹਨਾਂ ਨੂੰ ਬਰਾਬਰ ਕਰਨ ਦੇ ਲਈ ਸਮੀਕਰਨ 1 ਨੂੰ ਦੋਨੋਂ ਪਾਸੇ 2 ਦੇ ਨਾਲ ਗੁਣਾ ਕਰ ਦਿੰਦੇ ਹਾਂ। ਠੀਕ ਹੈ, तो ਆਪਾਂ ਇੱਥੇ ਲਿਖਾਂਗੇ ਸਮੀਕਰਨ 1 ਨੂੰ 2 ਨਾਲ ਗੁਣਾ ਕਰਨ ਤੇ ਸਮੀਕਰਨ 1 ਨੂੰ 2 ਨਾਲ ਗੁਣਾ ਕਰਨ ਤੇ। ਹੁਣ ਤੁਸੀਂ ਇੱਕ ਚੀਜ਼ ਦਾ ਇੱਥੇ ਖਿਆਲ ਰੱਖਣਾ, ਬੱਚੇ ਗਲਤੀ ਕਰਦੇ ਆ, ਜਦੋਂ ਸਮੀਕਰਨ ਦਾ ਨੰਬਰ ਪਾਣਾ ਹੈ ਉਹਨੂੰ ਸਰਕਲ ਦੇ ਵਿੱਚ ਪਾਣਾ ਹੈ, ਜਿਸ ਨੰਬਰ ਨਾਲ ਗੁਣਾ ਕਰਨਾ ਉਹਦੇ ਦੁਆਲੇ ਸਰਕਲ ਨਹੀਂ ਪਾਣਾ। ਠੀਕ ਹੈ, ਸਰਕਲ ਦਾ ਮਤਲਬ ਫਿਰ ਉਹ ਸਾਡੇ ਕੋਲ ਇੱਕ ਤਰ੍ਹਾਂ ਦੇ ਨਾਲ ਹੋ ਜਾਂਦਾ ਕਿ ਅਸੀਂ ਸਮੀਕਰਨ ਦਾ ਇੱਥੇ ਨਾਮ ਲਿਖਿਆ ਹੋਇਆ। ਠੀਕ ਹੈ, तो ਸਮੀਕਰਨ 1 ਨੂੰ ਅਸੀਂ 2 ਦੇ ਨਾਲ ਗੁਣਾ ਕਰਾਂਗੇ ਤਾਂ ਸਾਡੇ ਕੋਲ ਕੀ ਬਣ ਜਾਏਗਾ, ਖੱਬੇ ਪਾਸੇ ਸਾਡੇ ਕੋਲ ਇਹ ਬਣ ਜਾਏਗਾ 2x ਜਮਾ 2y। ਠੀਕ ਹੈ ਨਾ, ਔਰ ਸੱਜੇ ਪਾਸੇ ਸਾਡੇ ਕੋਲ ਇਹ ਬਣ ਜਾਏਗਾ 10। ਇਹਨੂੰ ਅਸੀਂ ਮੰਨ ਲਾਂਗੇ ਸਮੀਕਰਨ 3। ਇਹ ਸਮੀਕਰਨ 1 ਦਾ ਹੀ ਦੂਜਾ ਰੂਪ ਹੈ, ਇਹਨੂੰ ਅਸੀਂ ਇਕੁਏਸ਼ਨ 3 ਜਿਹੜਾ ਮਾਰਕ ਕਰ ਲਿਆ। ਠੀਕ ਹੈ, ਹੁਣ ਤੁਸੀਂ ਦੇਖ ਸਕਦੇ ਹੋ ਸਮੀਕਰਨ 2 ਤੇ ਸਮੀਕਰਨ 3 ਇਕੁਏਸ਼ਨ 2 ਐਂਡ 3 ਦੇ ਵਿੱਚ ਜਿਹੜਾ x ਦਾ ਗੁਣਾਂਕ ਹੈ ਉਹ ਸਾਡੇ ਕੋਲ ਬਰਾਬਰ ਹੋ ਗਿਆ 2। ਹੁਣ ਅਸੀਂ ਸਮੀਕਰਨ 2 ਦੇ ਵਿੱਚੋਂ 3 ਨੂੰ ਘਟਾ ਦਿਆਂਗੇ ਜਾਂ ਫਿਰ 3 ਦੇ ਵਿੱਚੋਂ 2 ਨੂੰ ਘਟਾ ਦਿਆਂਗੇ, ਉਹ ਮਾਈਨਸ ਕਰਨ ਦੇ ਨਾਲ ਸਾਡੇ ਕੋਲ ਜਿਹੜਾ 2x ਹੈ ਦੋਨੋਂ ਕੱਟੇ ਜਾਣਗੇ। ਠੀਕ ਹੈ, तो ਸਮੀਕਰਨ 3 ਵਿੱਚੋਂ 2 ਆਪਾਂ ਮਾਈਨਸ ਕਰ ਦਿੰਦੇ ਹਾਂ। ਸਮੀਕਰਨ 3 ਵਿੱਚੋਂ 2 ਨੂੰ ਘਟਾਉਣ ਤੇ ਸਮੀਕਰਨ 3 ਵਿੱਚੋਂ 2 ਨੂੰ ਘਟਾਉਣ ਤੇ तो ਜਦੋਂ ਅਸੀਂ ਘਟਾਵਾਂਗੇ ਮਾਈਨਸ ਕਰਾਂਗੇ ਤਾਂ ਸਭ ਤੋਂ ਪਹਿਲਾਂ ਸਮੀਕਰਨ 3 ਹੈ ਜਿਹੜੀ ਇਕੁਏਸ਼ਨ 3 ਹੈ ਉਹ ਲਿਖ ਲਾਂਗੇ, ਉਸ ਤੋਂ ਬਾਅਦ ਅਸੀਂ ਨੀਚੇ ਸਮੀਕਰਨ 2 ਜਿਹੜੀ ਹੈ ਉਹ ਲਿਖ ਲਾਂਗੇ। ਠੀਕ, ਜੇਕਰ ਸਾਡੇ ਕੋਲ ਪਹਿਲਾਂ ਹੀ ਜਿਹੜੇ ਗੁਣਾਂਕ ਮਿਲਦੇ ਹੋਣ ਚਾਹੇ ਉਹ x ਦੇ ਜਾਂ y ਦੇ, ਫਿਰ ਅਸੀਂ ਡਾਇਰੈਕਟ ਵੀ ਜਿਹੜਾ ਮਾਈਨਸ ਜਾਂ ਪਲੱਸ ਵੀ ਕਰ ਸਕਦੇ ਹਾਂ। ਠੀਕ ਹੈ, ਅਗਰ ਤਾਂ ਸਾਈਨ ਜਿਵੇਂ ਹੁਣ ਇੱਥੇ 2x ਤੇ 2x ਦਾ ਜਿਹੜਾ ਸਾਈਨ ਸੀ ਦੋਨੋਂ ਪਲੱਸ ਦੇ ਸੀ, ਇਸ ਕਰਕੇ ਸਾਨੂੰ ਮਾਈਨਸ ਕਰਨਾ ਪਿਆ ਤਾਂ ਕਿ ਦੋਨੋਂ ਕੈਂਸਲ ਹੋ ਜਾਣ। ਅਗਰ ਇਹਨਾਂ ਦੇ ਸਾਈਨ ਜਿਹੜੇ ਆਪੋਜ਼ਿਟ ਹੁੰਦੇ, ਇੱਕ ਪਲੱਸ ਦਾ 2x ਹੁੰਦਾ ਇੱਕ ਮਾਈਨਸ ਦਾ 2x ਹੁੰਦਾ, ਫਿਰ ਅਸੀਂ ਦੋਨੋਂ ਸਮੀਕਰਨਾਂ ਨੂੰ ਦੋਨੋਂ ਇਕੁਏਸ਼ਨਸ ਨੂੰ ਜੋੜ ਦੇਣਾ ਸੀ, ਐਡ ਕਰ ਦੇਣਾ ਸੀ। ਠੀਕ, तो ਘਟਾਉਣ ਲਈ ਲੱਗਿਆ ਸਾਡੇ ਕੋਲ ਜਿਹੜੇ ਸਾਈਨ ਹੈ ਉਹ ਨੀਚੇ ਚੇਂਜ ਹੋ ਜਾਂਦੇ ਨੇ, ਇਹ ਸਾਡੇ ਕੋਲ ਪਲੱਸ ਹੋ ਜਾਏਗਾ ਔਰ ਇਹ ਮਾਈਨਸ ਹੋ ਜਾਏਗਾ। ਠੀਕ, तो 2x ਦੇ ਨਾਲ 2x ਕੱਟਿਆ ਜਾਏਗਾ, 2y ਜਮਾ 3y, ਇਹ ਸਾਡੇ ਕੋਲ 5y ਹੋ ਜਾਏਗਾ, 5y। ठीक,
और दूसरी साइड 10 ਦੇ ਵਿੱਚੋਂ 4 ਘਟਾਵਾਂਗੇ ਤਾਂ ਸਾਡੇ ਕੋਲ 6 ਆ ਜਾਏਗਾ। ठीक है, तो 5y ਸਾਡੇ ਕੋਲ ਬਰਾਬਰ ਹੋ ਗਿਆ 6 ਦੇ। तो y ਦੀ ਕੀਮਤ ਸਾਡੇ ਕੋਲ ਕੀ ਆ ਗਈ 6/5। ठीक, ਹੁਣ ਇਹ ਜਿਹੜੀ y = 6/5 ਸਾਡੇ ਕੋਲ ਵੈਲਿਊ ਆਈ ਹੈ, ਇਹਨੂੰ ਅਸੀਂ ਫਰਸਟ ਜਾਂ ਸੈਕੰਡ ਜਾਂ ਥਰਡ ਕਿਸੇ ਵੀ ਇਕੁਏਸ਼ਨ ਦੇ ਵਿੱਚ ਫਿਲ ਕਰਕੇ ਉਥੋਂ x ਦੀ ਵੈਲਿਊ ਫਾਈਂਡ ਕਰ ਸਕਦੇ ਹਾਂ। ठीक है, तो ਆਪਾਂ y = 6/5 y बराबर 6/5 ਨੂੰ ਆਪਾਂ ਸਮੀਕਰਨ 1 ਇਕੁਏਸ਼ਨ 1 ਦੇ ਵਿੱਚ ਸਬਸਟੀਟਿਊਟ ਕਰ ਦਿਆਂਗੇ, ਭਰ ਦਿਆਂਗੇ। ठीक है, तो ਆਪਾਂ ਲਿਖਦੇ ਹਾਂ y बराबर 6/5 ਨੂੰ ਸਮੀਕਰਨ 1 ਵਿੱਚ ਭਰਨ ਤੇ y बराबर 6/5 ਨੂੰ ਸਮੀਕਰਨ 1 ਵਿੱਚ ਭਰਨ ਤੇ तो ये साडे कोल समीकरण 1 की सी x जमा y बराबर 5। तो y की जगह ते 6/5 आ जाएगा साडे कोल x जमा y बराबर 5। तो y की जगह ते 6/5 लिखांगे आपां, बराबर जिहड़ा = 5 आ गया साडे कोल। ठीक, तो हुण 6/5 ਨੂੰ दूसरी साइड शिफ्ट कर दांगे आपां, ये बन जाएगा साडे कोल 5 घटाओ 6/5। ठीक है, एलसीएम लोगे 5 5 25 माइनस 6/5। तो x की जो कीमत है साडे कोल बन जाती है 19/5। ठीक, तो दिते हुए रेखी जोड़े का जिहड़ा साडे कोल हल है वो की आ गया x बराबर 19/5 ते y बराबर 6/5। ठीक, इस तरह दिते जोड़े का हल दिते जोड़े का हल x बराबर 19/5 ते y बराबर 6/5। ठीक है, और इसे हल दा तुसी जिहड़ी हल दी पड़ताल भी कर सकते हैं, दी वेरीफिकेशन भी तुसी कर सकते हैं कि वाकई ਉਹਦਾ हल है या नहीं। तो समीकरण 1 या समीकरण 2 ਦੇ ਵਿੱਚ ਆਪਾਂ ਅਗਰ ਫਿਲ ਕਰਕੇ ਦੇਖ ਲਈਏ ਵਾਲੀਆਂ ਵੈਲਿਊਜ਼ ਤਾਂ ਸਾਡੇ ਕੋਲ ਲੈਫਟ ਹੈਂਡ ਸਾਈਡ ਤੇ ਰਾਈਟ ਹੈਂਡ ਸਾਈਡ ਭਾਵ ਖੱਬਾ ਪਾਸਾ ਤੇ ਸੱਜਾ ਪਾਸਾ ਦੋਨੋਂ ਕੀ ਬਣਨੇ ਚਾਹੀਦੇ ਆ, ਬਰਾਬਰ ਬਣਨੇ ਚਾਹੀਦੇ ਆ। ਠੀਕ ਹੈ, ਜਿੱਦਾਂ ਹੁਣ ਅਗਰ ਪਹਿਲੀ ਇਕੁਏਸ਼ਨ ਦੇ ਵਿੱਚ ਮੈਂ ਫਿਲ ਕਰਾਂ ਤਾਂ x ਦੀ ਵੈਲਿਊ 19/5 ਸੀ। ठीक है, जमा y ਦੀ ਵੈਲਿਊ 6/5 बराबर 5। तो 19/5 ਤੇ 6/5 ਹੁਣ ਦੋਨਾਂ ਦਾ ਹਰ ਬਰਾਬਰ ਹੈ, तो 19 जमा 6/5 ਹੋ ਜਾਏਗਾ बराबर 5। ਤੇ 19 ਤੇ 6 ਸਾਡੇ ਕੋਲ ਹੋ ਗਿਆ ਤਾਂ 25। 25 ਨੂੰ ਆਪਾਂ 5 ਦੇ ਨਾਲ ਭਾਗ ਕਰਾਂਗੇ ਤਾਂ 5 ਹੀ ਆਏਗਾ। ठीक, तो खब्बा पासा सज्जा पासा साडे कोल बराबर हो जाते हैं। ਇਹਦਾ मतलब बिल्कुल सही है, जो साडे कोल दो वैल्यूज आईਆਂ ਨੇ ਉਹ ਪਹਿਲੀ ਇਕੁਏਸ਼ਨ ਨੂੰ ਸੈਟੀਸਫਾਈ ਕਰਦੀਆਂ ਨੇ। ਇਸੇ ਢੰਗ ਦੇ ਨਾਲ ਅਸੀਂ ਇਹਨੂੰ ਦੂਸਰੀ ਦੇ ਵਿੱਚ ਵੀ ਫਿਲ ਕਰਕੇ ਇਹਨੂੰ ਸੋਲਵ ਕਰਕੇ ਦੇਖ ਸਕਦੇ ਹਾਂ। ਅਗਰ ਉਹ ਵੀ ਸਾਡੇ ਕੋਲ ਆਨਸਰ ਬਿਲਕੁਲ ਖੱਬਾ ਪਾਸਾ ਸੱਜਾ ਪਾਸਾ ਬਰਾਬਰ ਬਣ ਜਾਂਦੇ ਨੇ तो ਇਹ ਵੈਰੀਫਾਈ ਹੋ ਜਾਂਦਾ, ਇਸ ਚੀਜ਼ ਦੀ ਪੜਤਾਲ ਹੋ ਜਾਂਦੀ ਹੈ ਕਿ ਵਾਕਈ ਜਿਹੜਾ ਸਾਡੇ ਕੋਲ ਆਨਸਰ ਜੋ ਅਸੀਂ ਫਾਈਂਡ ਕੀਤਾ, ਜੋ ਹੱਲ ਅਸੀਂ ਪਤਾ ਕੀਤੇ ਨੇ ਉਹ ਦੋਨੋਂ ਸਹੀ ਨੇ। ਠੀਕ ਹੈ, ਦੂਸਰੇ ਦੇ ਵਿੱਚ ਤੁਸੀਂ ਆਪਣੇ ਆਪ ਕਰਕੇ ਦੇਖ ਸਕਦੇ ਹੋ। हर क्वेश्चन ਦੇ ਵਿੱਚ ਇਵੇਂ ਪੁੱਛਿਆ ਨਹੀਂ ਹੁੰਦਾ ਪੜਤਾਲ ਕਰਨ ਵਾਸਤੇ, ਪਰ ਕਈ ਵਾਰ ਸਾਨੂੰ ਜਿਵੇਂ ਡਾਊਟ ਹੁੰਦਾ ਕਿ ਆਨਸਰ ਸਾਡਾ ਸਹੀ ਹੈ ਜਾਂ ਗਲਤ ਹੈ। ਕਈ ਵਾਰ ਫ੍ਰੈਕਸ਼ਨ ਦੇ ਵਿੱਚ ਵਟਿਆਂ 'ਚ ਜਿਵੇਂ ਕੀਮਤਾਂ ਆ ਜਾਂਦੀਆਂ ਤੇ ਸਾਨੂੰ ਇਹ ਸ਼ੱਕ ਪੈ ਜਾਂਦਾ ਵੀ ਸ਼ਾਇਦ ਕਿਤੇ ਆਨਸਰ ਗਲਤ ਨਾ ਹੋਵੇ ਸਾਡਾ, ਤਾਂ ਤੁਸੀਂ ਉਹਨੂੰ ਆਪਣੇ ਆਪ ਆਪਣਾ ਕਨਫਰਮ ਕਰਨ ਵਾਸਤੇ ਉਹਨਾਂ ਨੂੰ ਜਿਹੜੀਆਂ ਓਰੀਜਨਲ ਸਾਨੂੰ ਇਕੁਏਸ਼ਨਸ ਦਿੱਤੀਆਂ ਹੋਈਆਂ ਉਹਨਾਂ 'ਚ ਫਿਲ ਕਰਕੇ ਦੇਖ ਸਕਦੇ ਹੋ। ਅਗਰ ਉਹਨੂੰ ਫਿਲ ਕਰਨ ਤੇ ਸਾਡੇ ਕੋਲ ਖੱਬਾ ਪਾਸਾ ਤੇ ਸੱਜਾ ਪਾਸਾ ਬਰਾਬਰ ਬਣ ਜਾਂਦਾ ਹੈ, ਇਹਦਾ ਮਤਲਬ ਸਾਡੇ ਕੋਲ ਆਨਸਰ ਜਿਹੜੇ ਆ ਉਹ ਦੋਨੋਂ ਬਿਲਕੁਲ ਆਨਸਰ ਸਾਡੇ ਕੋਲ ਜਿਹੜਾ ਹੱਲ ਬਣਿਆ ਹੈ ਉਹ ਬਿਲਕੁਲ ਸਹੀ ਹੈ। ਠੀਕ ਹੈ, ਤਾਂ ਇੱਕ ਸਵਾਲ ਹੋਰ ਕਰਦੇ ਆਪਾਂ ਇਹਦੇ ਨਾਲ ਦਾ। तो फर्स्ट दा फोर्थ पार्ट है साडे कोल x/2 जमा 2y/3 बराबर -1 घटाओ 1। ਇਹਨੂੰ ਅਸੀਂ समीकरण 1 मान ਲੈਂਦੇ। ठीक है, और इस तो बाद दूसरा ਜਿਹੜਾ ਸਾਡੇ ਕੋਲ समीकरण है x माइनस y/3 बराबर 3। ਇਹਨੂੰ ਅਸੀਂ समीकरण 2 मान ਲੈਂਦੇ हैं। ठीक है, तो इस समीकरण ਦਾ ਆਪਾਂ ਹੱਲ ਪਤਾ ਕਰਨਾ ਹੈ ਬਾय एलिमिनेशन मेथड ਜਾਂ ਵਿਲੋਪਨ ਵਿਧੀ। ठीक, हल तो समीकरण 1 ਅਤੇ 2 ਦੇ ਵਿੱਚ ਆਪਾਂ ਦੇਖ ਸਕਦੇ ਹਾਂ ਸਾਡੇ ਕੋਲ ਜਿਹੜੇ ਇਹਨਾਂ ਦੇ ਕੋਐਫੀਸ਼ੀਐਂਟ ਹੈ ਉਹ ਡਿਫਰੈਂਟ ਹੈਗੇ ਦੋਨਾਂ ਦੇ। ਠੀਕ ਹੈ, ਜਿਹੜੀ ਪਹਿਲੀ ਇਕੁਏਸ਼ਨ ਹੈ ਉਹਦੇ ਵਿੱਚ ਸਾਡੇ ਕੋਲ 1/2 ਆਪਾਂ ਪਹਿਲਾਂ ਇਦਾਂ ਕਰਦੇ ਹਾਂ, ਇਹਨਾਂ ਦੇ ਜਿਹੜੇ ਵਟੇ ਆ ਉਹ ਖਤਮ ਕਰਦੇ ਹਾਂ। ਜਿਹੜੀ ਫ੍ਰੈਕਸ਼ਨ ਦੇ ਵਿੱਚ ਸਾਡੇ ਕੋਲ ਕੀਮਤਾਂ ਹੈਗੀਆਂ ਨੇ ਇਹਨਾਂ ਨੂੰ ਅਸੀਂ ਖਤਮ ਕਰਦੇ ਹਾਂ।
ਉਹਦੇ ਲਈ ਕੀ ਕਰਾਂਗੇ ਆਪਾਂ, ਪਹਿਲੀ ਇਕੁਏਸ਼ਨ ਦੇ ਵਿੱਚ 3 ਨੂੰ ਇੱਧਰ ਗੁਣਾ ਕਰਾਂਗੇ, ਸਾਡੇ ਕੋਲ 3x ਹੋ ਜਾਏਗਾ, और 2 ਨੂੰ ਇਸ ਸਾਈਡ ਗੁਣਾ ਕਰਾਂਗੇ, 2 दूनी 4y हो जाएगा, और हेठा ਸਾਡੇ ਕੋਲ 3 दूनी 6 हो जाएगा, ठीक, बराबर -1। तो ਹੁਣ 6 ਨੂੰ ਜਿਹੜਾ ਅਸੀਂ ਦੂਸਰੀ ਸਾਈਡ ਗੁਣਾ ਕਰ ਦਾਂਗੇ ਤਾਂ ਇਹ ਬਣ ਜਾਏਗਾ ਸਾਡੇ ਕੋਲ 3x + 4y = -6। ਇਹਨੂੰ ਇਕੁਏਸ਼ਨ 3 ਮੰਨ ਲਓ, ਠੀਕ। और इसी ढंग ਦੇ ਨਾਲ ਜਿਹੜੀ ਸੈਕਿੰਡ ਇਕੁਏਸ਼ਨ ਹੈ ਇਹਦੇ ਵਿੱਚ ਅਸੀਂ ਐਲਸੀਐਮ ਲਵਾਂਗੇ ਤੇ x/1 ਕਰ ਲਓ, तो 3 ਨੂੰ ਇੱਧਰ ਗੁਣਾ ਕੀਤਾ ਹੈ 3x ਆ ਜਾਏਗਾ, 1 ਨੂੰ y ਨਾ ਕਰਾਂਗੇ ਤਾਂ -y आ जाएगा, और बटा 3 एकम 3 आ जाएगा, बराबर 3 है। इट इंप्लाइज 3 ਨੂੰ ਇੱਧਰ ਗੁਣਾ ਕਰ ਦਿਓ, ਇਹ ਸਾਡੇ ਕੋਲ ਬਣ ਗਿਆ 3x घटाओ y बराबर 3 तिया 9, ठीक है। साढ़े को इक्वेशन नंबर 4 होगी, ठीक है। तो कोई भी इक्वेशन किसी भी ढंग ਦੀਆਂ ਸਾਨੂੰ ਸਮੀਕਰਨਾਂ ਜਿਹੜੀਆਂ ਦਿੱਤੀਆਂ ਹੋਈਆਂ ਉਹ ਇਕੁਏਸ਼ਨਸ ਨੂੰ ਦੇਖ ਕੇ ਘਬਰਾਣਾ ਨਹੀਂ ਬਿਲਕੁਲ ਵੀ। ਅਗਰ ਤੁਹਾਨੂੰ ਟੈਕਨੀਕਸ ਪਤਾ ਹੈ ਤਾਂ ਉਹਨਾਂ ਨੂੰ ਅਸੀਂ ਸਿੰਪਲੀਫਾਈ ਕਰਕੇ ਇਵੇਂ ਫ੍ਰੈਕਸ਼ਨਸ ਨੂੰ ਆਪਾਂ ਖਤਮ ਕਰ ਲਿਆ ਤੇ ਸਾਡੇ ਕੋਲ ਇਹ ਦੋਨੋਂ ਇਕੁਏਸ਼ਨਸ ਜਿਹੜੀਆਂ 1 ਦੇ ਕੋਰਸਪੋਂਡਿੰਗ ਸਾਡੇ ਕੋਲ ਇਕੁਏਸ਼ਨ ਨੰਬਰ 3 ਆ ਗਈ ਹੈ ਤੇ 2 ਦੇ ਕੋਰਸਪੋਂਡਿੰਗ ਸਾਡੇ ਕੋਲ ਇਕੁਏਸ਼ਨ ਨੰਬਰ 4 ਆ ਗਈ ਹੈ, ਠੀਕ। ਹੁਣ ਇਹਨਾਂ ਦੋਨਾਂ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਸਾਡੇ ਕੋਲ ਜਿਹੜਾ x ਦਾ ਗੁਣਾਂਕ ਹੈ ਉਹ ਹੋ ਗਿਆ ਬਰਾਬਰ, x ਦਾ ਗੁਣਾਂਕ ਇੱਥੇ 3x ਹੈ, 3 ਹੈ, ਔਰ ਇਹਦੇ ਵਿੱਚ ਵੀ ਚੌਥੀ ਇਕੁਏਸ਼ਨ ਦੇ ਵਿੱਚ ਵੀ x ਦਾ ਗੁਣਾਂਕ ਜਿਹੜਾ ਉਹ ਸਾਡੇ ਕੋਲ 3 ਹੈ। तो ਅਸੀਂ ਸਿੰਪਲੀ ਸਾਨੂੰ ਇੱਥੇ ਕਿਸੇ ਨਾਲ ਗੁਣਾ ਕਰਨ ਦੀ ਵੀ ਲੋੜ ਨਹੀਂ ਪਈ, ਠੀਕ ਹੈ। तो 3 ਦੇ ਵਿੱਚੋਂ 4 ਅਸੀਂ ਮਾਈਨਸ ਕਰਾਂਗੇ ਤਾਂ ਸਾਡੇ ਕੋਲ x ਜਿਹੜਾ ਉਹ ਖਤਮ ਹੋ ਜਾਏਗਾ, y ਦੀ ਵੈਲਿਊ ਸਾਡੇ ਕੋਲ ਜਿਵੇਂ ਅਸੀਂ ਲਾਸਟ ਕੁਐਸਚਨ ਦੇ ਵਿੱਚ ਕਰਕੇ ਹਟੇ। तो ਇਹਦੇ ਚ ਆਪਾਂ ਹੁਣ ਕੀ ਕਰਾਂਗੇ, ਸਮੀਕਰਨ 3 ਵਿੱਚੋਂ 4 ਨੂੰ ਘਟਾਉਂਦੇ ਜਾਂ 4 ਵਿੱਚੋਂ 3 ਨੂੰ ਘਟਾਉਂਦੇ, ਠੀਕ ਹੈ। तो समीकरण 3 ਵਿੱਚੋਂ 4 ਘਟਾ ਲੈਣੇ ਸੀ ਇਸ ਵਾਰ। समीकरण 3 ਵਿੱਚੋਂ 4 ਨੂੰ ਘਟਾਉਣ ਤੇ ਹਾਂਜੀ ਕੀ ਬਣਦਾ, ਆਪਾਂ ਪਹਿਲਾਂ ਤੇ ਸਮੀਕਰਨ ਆਪਾਂ 3 ਲਿਖ ਲੈਣੇ, 3x = 4y बराबर -6, ठीक है। और 3x घटाओ y बराबर 9। हाँ जी, साइन जेडे सारे बदल जाएंगे साडे कोल, माइनस प्लस है माइनस हो गया, माइनस प्लस है माइनस हो गया, ठीक है। तो 3x से दोनों कटे जाएंगे, 4 ते 1 4y ते 1y ये साडे कोल हो गया 5y, और ये -6 ते -9 ये साडे कोल माइनस दे 15 बन जाएंगे, ठीक। तो ਇਹਦੇ ਵਿੱਚੋਂ y ਦੀ ਜਿਹੜੀ ਵੈਲਿਊ ਆਪਾਂ ਫਾਈਂਡ ਕਰ ਸਕਦੇ ਹਾਂ, y ਸਾਡੇ ਕੋਲ ਕਿੰਨਾ ਆ ਜਾਏਗਾ, -15/5 बराबर -3। तो y ਸਾਡੇ ਕੋਲ -3 ਹੋ ਗਿਆ, ਠੀਕ। ਹੁਣ y = -3 ਨੂੰ ਆਪਾਂ ਤੀਜੀ ਚੌਥੀ ਜਾਂ ਫਰਸਟ ਸੈਕਿੰਡ ਕਿਸੇ ਵੀ ਇਕੁਏਸ਼ਨ ਦੇ ਵਿੱਚ ਫਿਲ ਕਰ ਸਕਦੇ ਹਾਂ, ਠੀਕ ਹੈ। ਮੈਂ ਇਸ ਵਾਰ ਫੋਰਥ ਦੇ ਵਿੱਚ ਫਿਲ ਕਰ ਲੈਣੇ ਆਪਾਂ। तो समीकरण 4 ਵਿੱਚ y बराबर ਘਟਾਓ 3 ਭਰਨ ਤੇ समीकरण 4 ਵਿੱਚ y बराबर घटाओ 3 भरन ते, ठीक है। तो ये साडे कोल बन जाएगा 3x माइनस y की जगह ते -3 है, एक माइनस पहले ही है, एक y की कीमत भी साडे कोल -3 से बराबर 9। तो ये साडे कोल बन गया 3x + 3 बराबर 9, ठीक है। तो 3 ਨੂੰ दूसरी साइड ले जाएंगे पहला ਅਸੀਂ, तो 9 ਦੇ ਵਿੱਚੋਂ ਘਟਾ ਦੇਾਂਗੇ ਇਹਨੂੰ, तो साडे कोल आ जाएगा 3x = 9 - 3, 9 - 3 साडे कोल 6 बन जाएगा, ठीक है। तो इट बिकम्स 3x = 6। तो x की कीमत साडे कोल की आ जाएगी 6/3 बराबर 2। सो ਦਿੱਤੀਆਂ ਹੋਈਆਂ ਸਮੀਕਰਨਾਂ ਦੇ ਜੋੜੇ ਦਾ ਜਿਹੜਾ ਹੱਲ ਹੈ ਸਾਡੇ ਕੋਲ ਉਹ ਕੀ ਬਣ ਗਿਆ, x = 2 ਤੇ y = -3 हल है, ठीक है। तो ये 2 ਤੇ -3 ਜਿਹੜੀ ਕੀਮਤ ਹੈ ਤੁਸੀਂ ਜਿਵੇਂ ਪਹਿਲਾਂ ਮੈਂ ਗੱਲ ਕਰਕੇ ਆਇਆ ਕਿਸੇ ਵੀ ਸਮੀਕਰਨ ਦੇ ਵਿੱਚ ਭਰ ਕੇ ਦੇਖ ਸਕਦੇ ਹੋ। ਤੁਹਾਨੂੰ ਜਿਹੜਾ ਦੋਨੋਂ ਪਾਸੇ ਖੱਬਾ ਪਾਸਾ ਤੇ ਸੱਜਾ ਪਾਸਾ ਜਿਹੜੇ ਉਹ ਬਰਾਬਰ ਹੋ ਜਾਣੇ ਚਾਹੀਦੇ ਨੇ ਅਗਰ ਇਹ ਤੁਹਾਡਾ ਉੱਤਰ ਜਿਹੜਾ ਸਹੀ ਹੈ, ਠੀਕ ਹੈ। ਜਿੱਦਾਂ ਫਰਸਟ ਇਕੁਏਸ਼ਨ 'ਚ ਆਪਾਂ ਅਗਰ ਫਿਲ ਕਰਕੇ ਦੇਖੀਏ तो x की कीमत साडे कोल है 2 ਆਪਾਂ ਭਰਾਂਗੇ 2/2 ਹੋ ਗਿਆ, y ਦੀ ਕੀਮਤ ਸਾਡੇ ਕੋਲ ਹੈ -3 ਤੇ -3/3 ਹੋ ਗਿਆ। तो ये 3 ਦੇ ਨਾਲ 3 ਕੱਟਿਆ ਗਿਆ ਸਾਡੇ ਕੋਲ, ਠੀਕ ਹੈ। 2 ਦੇ ਨਾਲ 2 ਕੱਟਿਆ ਗਿਆ, ਇੱਥੇ ਸਾਡੇ ਕੋਲ 1 ਬਚੇਗਾ ਔਰ ਇਹ -2 ਆ ਜਾਏਗਾ।
तो 1 ਦੇ ਵਿੱਚੋਂ 2 ਘਟਾਵਾਂਗੇ ਸਾਡੇ ਕੋਲ -1 ਆਉਂਦਾ, ਠੀਕ ਹੈ ਨਾ। ਉਹ ਬਿਲਕੁਲ ਸਾਡੇ ਕੋਲੇ -1 ਬਣਨਾ ਚਾਹੀਦਾ ਸੀ। ਇਸੇ ਢੰਗ ਦੇ ਨਾਲ ਤੁਸੀਂ ਦੂਸਰੀ ਇਕੁਏਸ਼ਨ ਦੇ ਵਿੱਚ ਭਰ ਕੇ ਵੀ ਚੈੱਕ ਕਰ ਸਕਦੇ ਹੋ ਪੜਤਾਲ ਦੇ ਲਈ, ਠੀਕ ਹੈ। ਜੇ ਪੁੱਛੀ ਹੋਈ ਹੈ ਪੜਤਾਲ ਫਿਰ ਪ੍ਰੋਪਰ ਆਪਾਂ ਕਰਨੀ ਹੈ, ਅਦਰਵਾਈਜ਼ ਸਿਰਫ ਆਪਣਾ ਆਨਸਰ ਚੈੱਕ ਕਰਨ ਵਾਸਤੇ ਰਫ ਵਰਕ ਦੇ ਵਿੱਚ ਆਪਾਂ ਇਹਨੂੰ ਕਰਕੇ ਦੇਖ ਸਕਦੇ ਹਾਂ, ਠੀਕ। ਇੱਕ ਸਵਾਲ ਚਲੋ ਆਪਾਂ ਹੋਰ ਕਰ ਲੈਂਦੇ ਹਾਂ। ਸੈਕਿੰਡ ਦਾ ਥਰਡ ਪਾਰਟ ਹੈ। तो साडे कोल देख सकते हो 2 अंकां दी संख्या दे अंकां दा जोड़ जिहड़ा साडे कोल 9 है, इस संख्या दा 9 गुणा, ठीक है, जिहड़ी भी संख्या दित्ती हुई है उस संख्या दा जिहड़ा 9 गुणा है वो संख्या दे अंकां नूं उल्टा के बनी संख्या दा 2 गुणा है। संख्या पता करो, ठीक है। तो आपां इहनूं हल करदे हां। हल मन लो जिहड़ी 2 अंकां दी संख्या वो साडे कोल की है, मन लो संख्या बराबर, हाँ जी, ਜਦੋਂ ਵੀ ਅਸੀਂ 2 ਅੰਕਾਂ ਦੀ ਸੰਖਿਆ ਨੂੰ ਲਿਖਦੇ ਹਾਂ ਤਾਂ ਦਹਾਈ ਦਾ ਜਿਹੜਾ ਅੰਕ ਹੈ ਉਹਨੂੰ ਅਸੀਂ 10 ਨਾਲ ਗੁਣਾ ਕਰਕੇ ਲਿਖਾਂਗੇ, ਜਿਹੜਾ ਇਕਾਈ ਦਾ ਅੰਕ ਹੈ ਉਹਨੂੰ ਅਸੀਂ 1 ਨਾਲ ਗੁਣਾ ਕਰਕੇ ਲਿਖਾਂਗੇ, ਠੀਕ ਹੈ। तो ਇਹਦੇ ਚ ਸਾਡੇ ਕੋਲ ਜਿਹੜੀ ਵੀ ਸੰਖਿਆ ਹੈ ਇਹਦੇ ਚ ਇਕਾਈ ਦਾ ਅੰਕ ਅਸੀਂ y ਲੈ ਲਿਆ ਤੇ ਦਹਾਈ ਦਾ ਅੰਕ ਅਸੀਂ 10 ਲੈ ਲਿਆ, ਠੀਕ ਹੈ। तो ਇਕਾਈ ਦੇ ਅੰਕ ਨੂੰ y ਦੇ ਨਾਲ 1 ਨਾਲ, ਜਿਵੇਂ ਹੁਣ ਅਗਰ ਮੇਰੇ ਕੋਲ ਇੱਥੇ 32 ਹੈ तो 32 ਨੂੰ ਅਗਰ ਮੈਂ ਲਿਖਣਾ ਹੋਵੇ ਖੋਲ ਕੇ ਵਿਸਥਾਰਿਤ ਰੂਪ ਦੇ ਵਿੱਚ ਲਿਖਣਾ ਹੋਵੇ ਤਾਂ 2 ਨੂੰ 1 ਨਾਲ ਗੁਣਾ ਕਰਾਂਗੇ ਇਕਾਈ ਦੇ ਅੰਕ ਨੂੰ, ਠੀਕ ਹੈ। ਜਮਾ 3 ਹੈ ਜਿਹੜਾ 3 ਨੂੰ 10 ਨਾਲ ਗੁਣਾ ਕਰਾਂਗੇ ਤਾਂ ਹੀ ਮੇਰੇ ਕੋਲ 30 ਜਮਾ 2 ਬਰਾਬਰ 32 ਹੋਏਗਾ, ਠੀਕ ਹੈ। तो ਇਕਾਈ ਦਾ ਅੰਕ ਸਾਡੇ ਕੋਲ y ਹੈ, ਦਹਾਈ ਦਾ ਅੰਕ ਸਾਡੇ ਕੋਲ 10 ਹੈ, x ਹੈ, x ਨੂੰ ਅਸੀਂ 10 ਨਾਲ ਗੁਣਾ ਕਰ ਲਿਆ ਤੇ ਇਹ ਸਾਡੇ ਕੋਲ 2 ਅੰਕਾਂ ਦੀ ਸੰਖਿਆ ਬਣ ਗਈ, ਠੀਕ। ਸੰਖਿਆ ਦੇ ਅੰਕਾਂ ਨੂੰ ਉਲਟਾ ਕੇ ਬਣੀ ਸੰਖਿਆ, ਸੰਖਿਆ ਦੇ ਅੰਕਾਂ ਨੂੰ ਉਲਟਾ ਕੇ ਬਣੀ ਸੰਖਿਆ, ਸੰਖਿਆ ਦੇ ਅੰਕਾਂ ਨੂੰ ਉਲਟਾ ਕੇ ਬਣੀ ਸੰਖਿਆ। तो ਜਦੋਂ ਅਸੀਂ ਇਕਾਈ ਦੇ ਅੰਕ ਨੂੰ ਦਹਾਈ ਤੇ ਲੈ ਦਾਂਗੇ, ਦਹਾਈ ਦੇ ਅੰਕ ਨੂੰ ਇਕਾਈ ਤੇ ਲੈ ਦਾਂਗੇ, ਸਾਡੇ ਕੋਲ 10y ਬਰਾਬਰ 10y ਜਮਾ x ਹੋ ਜਾਏਗਾ, 10y ਜਮਾ x ਜਿਹੜਾ ਉਹ ਬਣ ਜਾਏਗਾ। ਹੁਣ ਅਸੀਂ ਲਿਖਦੇ ਹਾਂ ਪ੍ਰਸ਼ਨ ਦੀ ਸ਼ਰਤ ਅਨੁਸਾਰ, प्रश्न दी शर्त 2 अंकां दी संख्या दे अंकां दा जोड़ 9 है, अंकां दा जोड़ 9 है, ਇਹਦਾ ਭਾਵ ਕੀ ਹੋ ਗਿਆ ਸਾਡੇ ਕੋਲ ਕਿ x y ਜਿਹੜਾ ਹੈ ਉਹ ਸਾਡੇ ਕੋਲ 9 ਹੈ, ਸਾਡੇ ਕੋਲ ਸਮੀਕਰਨ 1 ਬਣ ਗਈ, ਠੀਕ। दूसरी ਗੱਲ ਇਹ ਕੀਤੀ ਗਈ ਹੈ ਕਿ ਸੰਖਿਆ ਦਾ 9 ਗੁਣਾ ਸੰਖਿਆ ਦੇ ਅੰਕਾਂ ਨੂੰ ਉਲਟਾ ਕੇ ਬਣੀ ਸੰਖਿਆ ਦਾ 2 ਗੁਣਾ ਹੈ। तो ਇਹਦਾ ਕੀ ਭਾਵ ਹੈ, ਸੰਖਿਆ ਜਿਹੜੀ ਸਾਡੇ ਕੋਲ ਉਹ ਕੀ ਹੈ, ਸੰਖਿਆ ਸਾਡੇ ਕੋਲ ਹੈਗੀ ਹੈ 10x ਜਮਾ y, ਇਹਦਾ 9 ਗੁਣਾ, ਮਤਲਬ ਇਹਨੂੰ ਅਸੀਂ 9 ਨਾਲ ਗੁਣਾ ਕਰ ਲਈਏ। ਇਹ ਕਿਸ ਦੇ ਬਰਾਬਰ ਹੈ, ਸੰਖਿਆ ਨੂੰ ਅੰਕਾਂ ਨੂੰ ਉਲਟਾ ਕੇ ਬਣੀ ਸੰਖਿਆ ਭਾਵ 10y ਜਮਾ x ਦੇ 2 ਗੁਣਾ ਦੇ ਬਰਾਬਰ। तो ਸੰਖਿਆ ਨੂੰ 9 ਨਾਲ ਗੁਣਾ ਕਰ ਲਿਆ ਔਰ ਉਲਟਾ ਕੇ ਜਿਹੜੀ ਸੰਖਿਆ ਬਣੀ ਸੀ ਉਹਨੂੰ ਅਸੀਂ 2 ਨਾਲ ਗੁਣਾ ਕਰ ਲਿਆ। ਇਹ ਦੋਨੋਂ ਜਿਹੜੇ ਆ ਪ੍ਰਸ਼ਨ ਦੇ ਅਨੁਸਾਰ ਕੀ ਹੋਣੇ ਚਾਹੀਦੇ ਆ, ਬਰਾਬਰ ਹੋਣੇ ਚਾਹੀਦੇ, ਠੀਕ ਹੈ। ਇੱਥੋਂ ਸਾਡੇ ਕੋਲ ਦੂਜੀ ਸਮੀਕਰਨ ਜਿਹੜੀ ਆ ਉਹ ਬਣ ਜਾਏਗੀ। ਮੇਨ ਮਸਲਾ ਜਿਹੜਾ ਸਾਡੇ ਕੋਲ ਹੁੰਦਾ, ਜੋ ਵੀ ਸ਼ਬਦਾਂ ਦੇ ਵਿੱਚ ਸਾਨੂੰ ਸਟੇਟਮੈਂਟ ਕਥਨ ਜਿਹੜੇ ਦਿੱਤੇ ਹੋਏ ਆ ਉਹਨਾਂ ਨੂੰ ਅਸੀਂ अपने समीकरणों ਦੇ ਵਿੱਚ ਕਿਵੇਂ ਕਨਵਰਟ ਕਰਨਾ, ਠੀਕ ਹੈ। तो ਇਹ ਸਾਡੇ ਕੋਲ ਬਣ ਜਾਏਗਾ 90x ਜਮਾ 9y ਬਰਾਬਰ ਦਾ ਉਦੋਂ ਨਾਲ ਸਾਡੇ ਕੋਲ ਇਹ ਹੋ ਗਿਆ 20y ਜਮਾ 2x, ਠੀਕ। तो ਇਹਨਾਂ ਨੂੰ ਸ਼ਿਫਟ ਕਰ ਲੈਣੇ ਆਪਾਂ ਦੂਜੀ ਸਾਈਡ। ਇਹ ਸਾਡੇ ਕੋਲ ਬਣ ਗਿਆ 90x ਘਟਾਓ 2x ਜਮਾ 9y ਘਟਾਓ 20y ਬਰਾबर 0। तो 90 ਚੋਂ 2 ਕੱਢਾਂਗੇ ਸਾਡੇ ਕੋਲ 88x ਹੋ ਗਿਆ, 88x 9y ਦੇ ਵਿੱਚੋਂ 20y ਕੱਢਾਂਗੇ ਸਾਡੇ ਕੋਲ 11y ਹੋ ਗਿਆ, -11y ਬਰਾਬਰ 0, ਠੀਕ ਹੈ। तो ਇਹਦੇ ਵਿੱਚੋਂ ਹੁਣ ਆਪਾਂ ਕੀ ਕਰਨਾ ਹੈ, 11 ਦੇ ਨਾਲ ਦੋਨੋਂ ਸਾਈਡ ਭਾਗ ਕਰ ਦੇਣਾ। ਉਹਦੇ ਨਾਲ ਕੀ ਹੋਏਗਾ, ਇਹ ਮੇਰੇ ਕੋਲ ਬਣ ਗਿਆ 8x ਔਰ ਇਹ ਸਾਡੇ ਕੋਲ ਬਣ ਗਿਆ y ਬਰਾਬਰ 0, ਠੀਕ ਹੈ। ਇਹ ਸਾਡੇ ਕੋਲ ਹੋ ਗਈ ਸਮੀਕਰਨ ਨੰਬਰ 2। तो समीकरण 1 ਅਤੇ 2 ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਕੋਲ ਜਿਹੜਾ y ਦਾ ਕੋਐਫੀਸ਼ੀਐਂਟ ਹੈ, ਗੁਣਾਂਕ ਹੈ, 1 ਹੈ, ਇਹਦੇ ਵਿੱਚ ਵੀ y ਦਾ ਗੁਣਾਂਕ 1 ਹੈ। ਸਾਈਨ ਪਰ ਡਿਫਰੈਂਟ, ਇੱਥੇ ਪਲੱਸ ਦਾ 1 ਹੈ, ਇੱਥੇ ਮਾਈਨਸ ਦਾ 1 ਹੈ। तो ਅਸੀਂ 1 ਅਤੇ 2 ਨੂੰ ਜੇ ਜੋੜ ਦਈਏ ਸਮੀਕਰਨਾਂ ਨੂੰ ਤੇ +y ਤੇ -y ਦੋਨੋਂ ਕੱਟੇ ਜਾਣਗੇ, ਵਿਲੋਪ ਹੋ ਜਾਣਗੇ ਸਾਡੇ ਕੋਲ ਨਾ। ਇਹਨਾਂ ਨੂੰ ਹੀ ਅਸੀਂ ਐਲੀਮੀਨੇਟ ਕਰਨਾ ਹੈ, ਕਿਸੇ ਵੀ ਇੱਕ ਚਲ ਨੂੰ ਆਪਾਂ ਕਰ ਸਕਦੇ ਹਾਂ। तो 1 ਅਤੇ 2 ਨੂੰ ਜੋੜਨ ਤੇ तो ਆਪਾਂ ਲਿਖਾਂਗੇ ਸਮੀਕਰਨ 1 ਅਤੇ 2 ਨੂੰ
ਸੋ ਅਸੀਂ ਲਿਖਾਂਗੇ ਸਮੀਕਰਨ 1 ਅਤੇ 2 ਨੂੰ ਜੋੜਨ ਤੇ। ਸਮੀਕਰਨ 1 ਅਤੇ 2 ਨੂੰ ਜੋੜਨ ਤੇ। तो ये साडे कोल दोनों का जोड़ है जिहड़ा की बनदा है x जमा y बराबर 9, x जमा y बराबर 9 और दूसरी समीकरण साडे कोल है 8x घटाओ y बराबर 0। तो मैं जिवें दस्सिया तुहानूं कि जे तां दोनों दे साइन भी सेम होण फिर तां असीं घटाओ करदे हां, जे दोनों दे साइन डिफरेंट है बट वैसे वैल्यू सेम है तां फिर असीं जोड़ कर सकदे हां। तो इहदे विच y ते y दोनों ही कट्टे जाणगे, 8x ते x 9x बन जाएगा और बराबर 9 जमा 0 9 बन जाएगा। ठीक है, तो इथों x की जिहड़ी कीमत है वो साडे कोल कितनी होगी 9/9 भाव 1, x बराबर 1 जिहड़ा साडे कोल आंसर बन जाता है। ठीक है, तो हुण ये x बराबर 1 है, इहनूं असीं इस समीकरण दे विच फिल कर सकते हैं जिहड़ी साडे कोल समीकरण 1 सी। ठीक है, तो x बराबर 1 समीकरण 1 विच भरन ते, समीकरण 1 विच भरन ते फिल करन ते साडे कोल की हो गया 1 + y = 9। ठीक, तो y की वैल्यू साडे कोल की आ जाएगी 9 घटाओ 1 बराबर 8, तो y बराबर हो गया 8। ठीक, इस तरह जिहड़ी संख्या है वो साडे कोल की बन जाएगी जिहड़ी लोड़ींदी संख्या है। सो लोड़ींदी संख्या, हाँ जी, लोड़ींदी संख्या साडे कोल अगर तुसीं देखो जिहड़ी स्टार्टिंग दे विच असीं लई सी वो लई सी असीं 10x जमा y। तो इहदे च x की जगह ते आपां x की कीमत ते y की जगह ते y की कीमत जिहड़ी वो भर देंगे। ठीक, 10x जमा y, तो x साडे कोल 1 है तो इहदी जगह ते 1 फिल कर दांगे आपां, y की जगह ते 8 है ते 8 कर देंगे। तो 10 जमा 8 अपने को कितना हो गया 18। ठीक है जी, इस तरह 18 लोड़ींदी संख्या है। ठीक है स्टूडेंट्स, तो बड़े ध्यान दे नाल इनू करना है, कोई चीज़ नहीं पता लगी तो रिपीट करके देख सकते हो। 3 क्वेश्चंस आपां विलोपन विधि दे जिहड़े अज कीते एलिमिनेशन मैथड दे, तो मैनूं उम्मीद है कि तुहानूं समझ जरूर आ गए होंगे। सारे क्वेश्चन करने मुश्किल हो जाते हैं, इस करके कुछ जिहड़ा अभ्यास हो तुहानूं अपने आप भी करना पएगा। ठीक है, इस तो बाद नैक्सट वीडियो दे विच फिर आपां तिरछी गुणा दे नाल किवें आपां दो चलां वाले रेखी समीकरणां दे जोड़े नूं हल करदे हां वो असीं करांगे। ठीक है, तो हुण तक असीं जिहड़ा ग्राफिकल मैथड सब तो पहलां कीता सी कि ग्राफ दे नाल किवें हल करना है, फिर प्रतिस्थापन विधि, फिर अज जिहड़ी विलोपन विधि कीती है। ठीक है, इस तो पहलां असीं इह भी कीता सी कि हल जिहड़े वो किवें पता कीते जा सकदे कि विलक्षण हल है, अनेक हल ने या कोई हल नहीं है। ये सारियां चीज़ां जिहड़ियां अपने ध्यान दे विच रखणीआं। ठीक है विद्यार्थियों, अज लई इन्ना ही, फिर आपां मिलांगे नैक्सट वीडियो दे विच। उदों तक सत श्री अकाल, थैंक यू। वीडियो नूं अखीर तक देखण लई